ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਔਟਵਾ ਪਹੁੰਚੇ ਟਰੱਕ ਡਰਾਈਵਰਸ ਵੈਕਸੀਨੇਸ਼ਨ ਨੀਤੀ ਦਾ ਵਿਰੋਧ। ਜਸਟਿਨ ਟਰੂਡੋ ਨੂੰ ਛੱਡਣਾ ਪਿਆ ਘਰ, ਕਿਸੇ ਗੁਪਤ ਥਾਂ ਤੇ ਰੱਖਿਆ ਪਰਿਵਾਰ ਨੂੰ। ਅੱਤਵਾਦੀ ਘਟਨਾ ਬਾਰੇ ਬੋਲੇ ਜਗਮੀਤ ਸਿੰਘ, ਇਸ ਬਾਰੇ ਸਾਂਝੇ ਕੀਤੇ ਆਪਣੇ ਵਿਚਾਰ। ਅਮਰੀਕਾ ਵਿੱਚ 5000 ਦੇ ਕਰੀਬ ਉਡਾਨਾਂ ਰੱਦ, ਜਾਣੋ ਕੀ ਹੈ ਇਸ ਪਿੱਛੇ ਕਾਰਨ। ਨਿਊਟਨ ਵਿੱਚ ਗੋਲੀਬਾਰੀ, 2 ਜਾਣੇ ਹੋਏ ਜ਼ਖਮੀ। ਔਟਵਾ ਵਿੱਚ ਵੱਡੀ ਗਿਣਤੀ ਟਰੱਕ ਡਰਾਈਵਰਸ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿੱਚ ਟਰੱਕਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਾਰਲੀਮੈਂਟ ਹਿੱਲ ਦੇ ਵਿੱਚ ਜੋ ਇਹ ਵੱਡਾ ਕਾਫਲਾ ਪਹੁੰਚਿਆ, ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਟਰੱਕਰਸ ਵਾਸਤੇ ਜੋ ਲਾਜ਼ਮੀ ਵੈਕਸੀਨ ਕੀਤੀ ਗਈ ਹੈ ਉਸ ਨੀਤੀ ਨੂੰ ਵਾਪਸ ਲਿਆ ਜਾਵੇ। ਕੈਨੇਡਾ ਸਰਕਾਰ ਵੱਲੋਂ ਟਰੱਕਰਸ ਵਾਸਤੇ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ, ਇਸ ਦਾ ਟਰੱਕਰਸ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਇਸ ਨਾਲ ਸੰਬੰਧਿਤ ਰੈਲੀ ਪਾਰਲੀਮੈਂਟ ਹਿੱਲ ਵਿੱਚ ਪਹੁੰਚੀ, ਜਿੱਥੇ ਉਹਨਾਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਟਰੱਕਰਸ ਅਤੇ ਹੋਰ ਵੀ ਕਈ ਲੋਕ ਹਨ ਜਿਨ੍ਹਾਂ ਵੱਲੋਂ ਕ੍ਰਾਸ ਬਾਰਡਰ ਵੈਕਸੀਨ ਮੈਂਡੇਟ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਰੈਲੀ ਅੱਜ ਔਟਵਾ ਵਿੱਚ ਪਹੁੰਚੀ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਕਿਸੇ ਗੁਪਤ ਥਾਂ ਦੇ ਉੱਪਰ ਰੱਖਿਆ ਗਿਆ। ਇਹ ਕਦਮ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ, ਜਿਸ ਦੇ ਉੱਪਰ ਪੀਐਮ ਆਫਿਸ ਵੱਲੋਂ ਜ਼ਿਆਦਾ ਟਿੱਪਣੀ ਨਹੀਂ ਕੀਤੀ ਗਈ। ਦੱਸਦੀਏ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਹੀ ਵੱਡੀ ਗਿਣਤੀ ਵਿੱਚ ਟਰੱਕਰਸ ਵੱਲੋਂ ਅਤੇ ਉਹਨਾਂ ਨੂੰ ਸਪੋਰਟ ਕਰਨ ਵਾਲਿਆਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਾਰੇ ਜੋ ਰਿਪੋਰਟਸ ਸਾਹਮਣੇ ਆਈਆਂ, ਉਸ ਮੁਤਾਬਕ ਇਸ ਰੈਲੀ ਨੂੰ ਸ਼ਾਂਤਮਈ ਦੱਸਿਆ ਗਿਆ ਤੇ ਕਿਸੇ ਦੀ ਵੀ ਗ੍ਰਿਫਤਾਰੀ ਹੋਣ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੱਕ ਡਰਾਈਵਰਸ ਵਾਸਤੇ ਲਾਜ਼ਮੀ ਵੈਕਸੀਨੇਸ਼ਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਟਰੱਕ ਡਰਾਈਵਰਸ ਵੱਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ, ਪਰ ਦੂਜੇ ਪਾਸੇ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣਾ ਕੰਮ ਜਾਰੀ ਰੱਖਿਆ ਜਾਵੇਗਾ। ਇਸ ਬਾਰੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਦਾ ਵੀ ਬਿਆਨ ਸਾਹਮਣੇ ਆਇਆ ਸੀ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕਈ ਟਰੱਕਰਸ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹ ਵੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰਦੇ ਨੇ। ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲੇ ਟਰੱਕਰਸ ਦਾ ਵੱਡਾ ਕਾਫਲਾ ਔਟਵਾ ਦੇ ਵਿੱਚ ਪਹੁੰਚਿਆ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਬਾਹਰ ਕੱਢ ਕੇ ਕਿਸੇ ਗੁਪਤ ਥਾਂ ਦੇ ਉੱਪਰ ਰੱਖਿਆ ਗਿਆ। ਇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀ ਕੋਈ ਖਾਸ ਟਿੱਪਣੀ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਸੀਕ੍ਰੀਟ ਲੋਕੇਸ਼ਨ ਬਾਰੇ ਉਹ ਗੱਲ ਨਹੀਂ ਕਰ ਸਕਦੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਪਰਿਵਾਰ ਨੂੰ ਹੁਣ ਕਿਸੇ ਹੋਰ ਥਾਂ ਦੇ ਉੱਪਰ ਭੇਜ ਦਿੱਤਾ ਗਿਆ। ਜੀ ਹਾਂ, ਔਟਵਾ ਸਥਿਤ ਘਰ ਚੋਂ ਬਾਹਰ ਕੱਢ ਕੇ ਉਹਨਾਂ ਨੂੰ ਕਿਸੇ ਸੀਕ੍ਰੀਟ ਜਗ੍ਹਾ ਦੇ ਉੱਪਰ ਰੱਖਿਆ ਗਿਆ ਹੈ। ਇਸ ਬਾਰੇ ਕੁਝ ਮੀਡੀਆ ਰਿਪੋਰਟਸ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦੱਸਿਆ ਗਿਆ ਕਿ ਟਰੱਕਰਸ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਸੀਕ੍ਰੀਟ ਜਗ੍ਹਾ ਦੇ ਉੱਪਰ ਰੱਖਿਆ ਗਿਆ ਹੈ, ਜਿਸ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਬਾਰੇ ਪ੍ਰਧਾਨ ਮੰਤਰੀ ਆਫਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿੱਥੇ ਰੱਖਿਆ ਗਿਆ, ਇਸ ਨੂੰ ਲੈ ਕੇ ਉਹ ਕੋਈ ਵੀ ਟਿੱਪਣੀ ਨਹੀਂ ਕਰਨਗੇ। ਦਰਅਸਲ ਕੈਨੇਡਾ ਦੇ ਵਿੱਚ ਜੋ ਟਰੱਕਰਸ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਜਾ ਰਿਹਾ, ਇਸ ਨੀਤੀ ਦਾ ਕੁਝ ਟਰੱਕ ਡਰਾਈਵਰਸ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਸੰਬੰਧੀ ਉਹਨਾਂ ਵੱਲੋਂ ਇੱਕ ਰੈਲੀ ਕੱਢੀ ਜਾ ਰਹੀ ਹੈ, ਜੋ ਕਿ ਔਟਵਾ ਦੇ ਵਿੱਚ ਪਹੁੰਚ ਗਈ। ਇਨ੍ਹਾਂ ਟਰੱਕਰਸ ਦੀ ਮੰਗ ਹੈ ਕਿ ਸਰਕਾਰ ਵੱਲੋਂ ਜੋ ਟਰੱਕ ਡਰਾਈਵਰਸ ਦੇ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ ਹੈ, ਉਸ ਨੂੰ ਵਾਪਸ ਲਿਆ ਜਾਵੇ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹੱਕ ਦੇ ਵਿੱਚ ਨਜ਼ਰ ਨਹੀਂ ਆ ਰਹੇ ਕਿ ਇਸ ਨੀਤੀ ਨੂੰ ਵਾਪਸ ਲਿਆ ਜਾਵੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਸਨ, ਜਿੱਥੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੁਝ ਟਰੱਕਰਸ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਸਰਕਾਰ ਨੂੰ ਲਾਜ਼ਮੀ ਵੈਕਸੀਨੇਸ਼ਨ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਦੂਜੇ ਪਾਸੇ ਕੁਝ ਟਰੱਕ ਡਰਾਈਵਰਸ ਅਜਿਹੇ ਵੀ ਹਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਆਪਣਾ ਕੰਮ ਜਾਰੀ ਰੱਖਿਆ ਜਾਵੇਗਾ, ਭਾਵ ਕਿ ਉਹ ਲਾਜ਼ਮੀ ਵੈਕਸੀਨੇਸ਼ਨ ਦੇ ਖਿਲਾਫ ਨਹੀਂ ਨੇ। ਤੇ ਦੂਜੇ ਪਾਸੇ ਜਿਹੜੇ ਟਰੱਕਰਸ ਇਸ ਲਾਜ਼ਮੀ ਵੈਕਸੀਨੇਸ਼ਨ ਦੇ ਖਿਲਾਫ ਨੇ, ਉਹਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਮਾਸਕ ਵਿੱਚ ਜੋ ਇੱਕ ਅੱਤਵਾਦੀ ਹਮਲਾ ਹੋਇਆ ਸੀ, ਇਸ ਦਾ ਜ਼ਿਕਰ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਸ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ ਅਤੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਦੱਸਦੇ ਹਾਂ। ਕਿਊਬੈਕ ਸਿਟੀ ਮਾਸਕ ਦੇ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਸੀ, ਉਸ ਨੂੰ 5 ਸਾਲ ਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ 6 ਦੀ ਮੌਤ ਹੋਈ ਸੀ ਅਤੇ 19 ਜਾਣੇ ਜ਼ਖਮੀ ਹੋਏ ਸਨ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇਸ ਮੌਕੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਵੱਲੋਂ ਕਿਊਬੈਕ ਸ਼ਹਿਰ ਦੇ ਵਿੱਚ ਜੋ ਅੱਤਵਾਦੀ ਘਟਨਾ ਵਾਪਰੀ ਸੀ ਉਸ ਦਾ ਜ਼ਿਕਰ ਕੀਤਾ ਗਿਆ। ਇਸ ਦੌਰਾਨ ਜਗਮੀਤ ਸਿੰਘ ਇਸਲਾਮੋਫੋਬੀਆ ਦੇ ਬਾਰੇ ਵੀ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। January 29th marks the 5th year anniversary of the Quebec mosque attack. This massacre left 6 people dead and 19 injured. It is painful to reflect on this because
people were killed just because they were Muslim. They were targeted, they were shot and killed just because of their faith. New Democrats stand in solidarity with Muslims across the country and the world in remembering this horrible attack and in committing to fighting back against Islamophobia to make sure Muslims don't live in fear. We know we need to tackle online radicalization and hate groups which are growing in number. New Democrats stand with Muslim community in making sure we build a country where people are accepted and celebrated for who they are and that Islamophobia no more. US ਦੇ ਵਿੱਚ 5000 ਦੇ ਕਰੀਬ ਉਡਾਨਾਂ ਨੂੰ ਰੱਦ ਕੀਤਾ ਗਿਆ, ਜਿਸ ਦਾ ਕਾਰਨ ਵੀ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਉਡਾਨਾਂ ਰੱਦ ਹੋਈਆਂ। ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਇੱਕ ਮੌਸਮ ਸੰਬੰਧੀ ਇੱਥੇ ਚੇਤਾਵਨੀ ਜਾਰੀ ਕੀਤੀ ਗਈ ਹੈ। ਕਿਸ 에ਅਰਲਾਈਨ ਵੱਲੋਂ ਕਿੰਨੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਅਮਰੀਕਾ ਤੋਂ ਉਡਾਨਾਂ ਸੰਬੰਧੀ ਵੱਡੀ ਖਬਰ ਸਾਹਮਣੇ ਆਈ, ਜਿੱਥੇ 5000 ਦੇ ਕਰੀਬ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ। ਜੀ ਹਾਂ, US 에ਅਰਲਾਈਨ ਵੱਲੋਂ 5000 ਦੇ ਕਰੀਬ ਉਡਾਨਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਪਿੱਛੇ ਜੋ ਕਾਰਨ ਹੈ ਉਹ ਵੀ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ। ਦਰਅਸਲ ਇਹ ਉਡਾਨਾਂ ਵਿੰਟਰ ਸਟ੍ਰੋਮ ਦੇ ਕਾਰਨ ਰੱਦ ਕੀਤੀਆਂ ਗਈਆਂ ਨੇ। ਜੀ ਹਾਂ, ਨਾਰਥ ਈਸਟ ਅਤੇ ਮਿਡ ਐਟਲਾਂਟਿਕ ਵਾਸਤੇ ਜੋ ਵਿੰਟਰ ਸਟ੍ਰੋਮ ਫੋਰਕਾਸਟ ਜਾਰੀ ਕੀਤਾ ਗਿਆ, ਉਸ ਦੇ ਕਾਰਨ ਉਡਾਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ। ਇਸ ਬਾਰੇ ਦ ਨੈਸ਼ਨਲ ਵੈਦਰ ਸਰਵਿਸ ਵੱਲੋਂ ਕਿਹਾ ਗਿਆ ਕਿ ਸਟ੍ਰੋਮ ਯਾਤਰਾ ਦੇ ਵਿੱਚ ਰੁਕਾਵਟ ਬਣ ਸਕਦਾ ਹੈ, ਜਿਸ ਕਾਰਨ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਡੈਲਟਾ 에ਅਰਲਾਈਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਨਿਊਯਾਰਕ, ਨਿਊ ਜਰਸੀ ਅਤੇ ਹੋਰ ਕਈ 에ਅਰਪੋਰਟਸ ਦੇ ਉੱਪਰ ਉਡਾਨਾਂ ਸਸਪੈਂਡ ਕੀਤੀਆਂ ਜਾ ਰਹੀਆਂ ਨੇ। ਐਟਲਾਂਟਾ ਬੇਸਡ ਕੈਰੀਅਰ ਵੱਲੋਂ ਸ਼ੁੱਕਰਵਾਰ ਤੋਂ ਐਤਵਾਰ ਦੇ ਵਿਚਕਾਰ 1290 ਫਲਾਈਟਸ ਕੈਂਸਲ ਕੀਤੀਆਂ ਗਈਆਂ। ਇਸ ਦੇ ਨਾਲ ਹੀ ਅਮਰੀਕਨ 에ਅਰਲਾਈਨਸ ਵੱਲੋਂ 1160 ਦੇ ਕਰੀਬ ਉਡਾਨਾਂ ਨੂੰ ਸਸਪੈਂਡ ਕੀਤਾ ਗਿਆ। ਇਸ ਕਾਰਨ ਜਿਹੜੇ ਯਾਤਰੀ ਪ੍ਰਭਾਵਿਤ ਹੋਏ ਨੇ ਉਹ ਆਪਣੀਆਂ ਉਡਾਨਾਂ ਦੁਬਾਰਾ ਤੋਂ ਬੁੱਕ ਕਰ ਸਕਣਗੇ। ਜਦੋਂ ਉਹਨਾਂ ਵੱਲੋਂ ਉਡਾਨਾਂ ਦੁਬਾਰਾ ਤੋਂ ਬੁੱਕ ਕੀਤੀਆਂ ਜਾਣਗੀਆਂ, ਇਸ ਦੇ ਵਾਸਤੇ ਉਹਨਾਂ ਨੂੰ ਹੋਰ ਫੀਸ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਨਿਊਯਾਰਕ ਬੇਸਡ ਜੈਟਬਲੂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਐਤਵਾਰ ਤੱਕ 500 ਦੇ ਕਰੀਬ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ। ਫਲਾਈਟ ਅਵੇਅਰ ਦੇ ਮੁਤਾਬਕ ਯੂਨਾਈਟਿਡ 에ਅਰਲਾਈਨ ਵੱਲੋਂ ਐਤਵਾਰ ਤੱਕ 21% ਦੀ ਉਡਾਨਾਂ ਘੱਟ ਕੀਤੀਆਂ ਗਈਆਂ। ਨਿਊਟਨ ਦੇ ਵਿੱਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਦੌਰਾਨ 2 ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਦੋਨਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਤੇ ਇਸ ਘਟਨਾ ਨੂੰ ਜਾਣੀ ਕਿ ਗੋਲੀਬਾਰੀ ਦੀ ਘਟਨਾ ਨੂੰ ਟਾਰਗੇਟਡ ਦੱਸਿਆ ਗਿਆ। ਨਿਊਟਨ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਸਰੀ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਨਿਊਟਨ ਦੇ ਵਿੱਚ ਜੋ ਗੋਲੀਬਾਰੀ ਹੋਈ, ਇਸ ਵਿੱਚ 2 ਜਾਣੇ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਦੱਸਣ ਮੁਤਾਬਕ ਇਹ ਮਾਮਲਾ 6:45 ਦੇ ਕਰੀਬ 80 ਐਵੀਨਿਊ ਦੇ 12200 ਬਲਾਕ ਦੇ ਉੱਪਰ ਵਾਪਰਿਆ, ਜਿੱਥੇ ਕਿਸੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇੱਥੇ ਕੁਝ ਗੋਲੀਆਂ ਚੱਲੀਆਂ। ਇਸ ਤੋਂ ਬਾਅਦ 2 ਜਾਣੇ ਜ਼ਖਮੀ ਹਾਲਤ ਦੇ ਵਿੱਚ ਪਾਏ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਉਹਨਾਂ ਦਾ ਇਸ ਸਮੇਂ ਇੱਥੇ ਇਲਾਜ ਚੱਲ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਜੋ ਇਸ ਘਟਨਾ ਦੇ ਨਾਲ ਜੁੜਿਆ ਹੋਇਆ ਸਸਪੈਕਟ ਹੈ, ਉਹ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੂੰ ਉਸਦੇ ਵਾਹਨ ਦੇ ਬਾਰੇ ਕੋਈ ਵੀ ਡੀਟੇਲ ਨਹੀਂ ਮਿਲੀ। ਹੁਣ ਇਸ ਮਾਮਲੇ ਦੀ ਜਾਂਚ ਸਰੀ RCMP ਜਨਰਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਅਜੇ ਇਸ ਮਾਮਲੇ ਦੇ ਬਾਰੇ ਜ਼ਿਆਦਾ ਡੀਟੇਲ ਸਾਂਝੀ ਨਹੀਂ ਕੀਤੀ ਗਈ, ਕਿਉਂਕਿ ਅਜੇ ਇਸ ਦੀ ਵਧੇਰੇ ਜਾਂਚ ਕੀਤੀ ਜਾਣੀ ਬਾਕੀ ਹੈ। ਸ਼ੁਰੂਆਤੀ ਜਾਂਚ ਵਿੱਚ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ, ਉਸ ਵਿੱਚ ਪਤਾ ਚੱਲਦਾ ਹੈ ਕਿ ਇਹ ਗੋਲੀਬਾਰੀ ਦਾ ਮਾਮਲਾ ਟਾਰਗੇਟਡ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਤਾਂ ਸਰੀ RCMP ਦੇ ਨਾਲ 6045990502 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਪੁਲਿਸ ਵੱਲੋਂ ਅਜੇ ਤੱਕ ਪੀੜਤਾਂ ਦੇ ਨਾਮ ਵੀ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਸਿਰਫ ਇਹੀ ਦੱਸਿਆ ਗਿਆ ਕਿ 2 ਜਾਣੇ ਜੋ ਗੰਭੀਰ ਰੂਪ ਵਿੱਚ ਜ਼ਖਮੀ ਹਨ, ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਅਜੇ ਸਸਪੈਕਟ ਦੇ ਬਾਰੇ ਵੀ ਪੁਲਿਸ ਵੱਲੋਂ ਜ਼ਿਆਦਾ ਡੀਟੇਲ ਸਾਂਝੀ ਨਹੀਂ ਕੀਤੀ ਗਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਮੈਨੀਟੋਬਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਸੂਬੇ ਵੱਲੋਂ ਜੋ ਤਾਜ਼ਾ ਡਰਾਅ ਕੱਢਿਆ ਗਿਆ, ਇਸ ਵਿੱਚ 300 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਮੈਨੀਟੋਬਾ ਵੱਲੋਂ ਆਪਣੀ ਤਾਜ਼ਾ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 300 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ 27 ਜਨਵਰੀ ਨੂੰ ਆਪਣੇ ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜ਼ਰੀਏ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਡਰਾਅ ਦੀ ਜਾਣਕਾਰੀ ਮੁਤਾਬਕ ਸਕਿਲਡ ਵਰਕਰਸ ਇਨ ਮੈਨੀਟੋਬਾ ਅਧੀਨ 212 ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ ਘੱਟੋ ਘੱਟ 609 ਸਕੋਰਸ ਦੀ ਜ਼ਰੂਰਤ ਰਹੀ। ਸਕਿਲਡ ਵਰਕਰਸ ਓਵਰਸੀ ਅਧੀਨ 63 ਇਨਵੀਟੇਸ਼ਨ ਜਾਰੀ ਕੀਤੇ ਗਏ ਅਤੇ ਮਿਨੀਮਮ ਸਕੋਰ ਰਿਕੁਆਇਰਮੈਂਟ 703 ਦੀ ਸੀ। ਇਸ ਤੋਂ ਬਾਅਦ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 40 ਇਨਵੀਟੇਸ਼ਨ ਜਾਰੀ ਕੀਤੇ ਗਏ, ਪਰ ਇਸ ਵਾਸਤੇ ਕਿਸੇ ਵੀ ਤਰੀਕੇ ਦੇ ਸਕੋਰ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਰਹੀ।
ਇਸ ਤੋਂ ਇਲਾਵਾ 69 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਸਿਸਟਮ ਅਧੀਨ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ। ਦੱਸ ਦਈਏ ਕਿ ਸਾਲ 2022 ਤੱਕ ਹੁਣ ਤੱਕ ਮੈਨੀਟੋਬਾ ਵੱਲੋਂ ਜਿੰਨੇ ਡਰਾ ਐਲਾਨ ਕੀਤੇ ਗਏ ਇਸ ਵਿੱਚ ਵੀ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਜਾਣਕਾਰੀ ਮੁਤਾਬਕ 2022 ਦੌਰਾਨ ਜਿੰਨੇ ਡਰਾ ਕੱਢੇ ਗਏ ਹੁਣ ਤੱਕ ਉਹਨਾਂ ਅਧੀਨ 758 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਓਨਟਾਰੀਓ ਤੋਂ ਬੂਸਟਰ ਸ਼ਾਟ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਲੌਂਗ ਟਰਮ ਕੇਅਰ ਹੋਮਸ ਦੇ ਵਾਸਤੇ ਜੋ ਬੂਸਟਰ ਸ਼ਾਟ ਸੰਬੰਧੀ ਡੈਡਲਾਈਨ ਤੈਅ ਕੀਤੀ ਗਈ ਸੀ ਉਸ ਨੂੰ ਅੱਗੇ ਵਧਾਇਆ ਗਿਆ ਹੈ। ਇਸ ਦੀ ਤਰੀਕ ਨੂੰ ਜੋ ਐਕਸਟੈਂਡ ਕੀਤਾ ਗਿਆ ਉਸ ਬਾਰੇ ਓਨਟਾਰੀਓ ਤੋਂ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ। ਓਨਟਾਰੀਓ ਤੋਂ ਬੂਸਟਰ ਸ਼ਾਟ ਦੀ ਡੈਡਲਾਈਨ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਲੌਂਗ ਟਰਮ ਕੇਅਰ ਸਟਾਫ ਵਾਸਤੇ ਬੂਸਟਰ ਸ਼ਾਟ ਦੀ ਡੈਡਲਾਈਨ ਨੂੰ ਅੱਗੇ ਐਕਸਟੈਂਡ ਕੀਤਾ ਗਿਆ। ਓਨਟਾਰੀਓ ਵੱਲੋਂ ਹੁਣ ਲੌਂਗ ਟਰਮ ਕੇਅਰ ਸਟਾਫ ਵਾਸਤੇ ਬੂਸਟਰ ਦੀ ਡੈਡਲਾਈਨ ਨੂੰ ਮਾਰਚ 14 ਤੱਕ ਵਧਾਇਆ ਗਿਆ। ਓਨਟਾਰੀਓ ਵੱਲੋਂ ਜੋ ਹੁਣ ਇਹ ਕਦਮ ਚੁੱਕਿਆ ਜਾ ਰਿਹਾ ਹੈ, ਇਸ ਦੇ ਨਾਲ ਜਿਹੜੇ ਲੌਂਗ ਟਰਮ ਕੇਅਰ ਵਰਕਰਸ ਨੇ ਉਹਨਾਂ ਨੂੰ ਹੋਰ ਸਮਾਂ ਮਿਲੇਗਾ ਕਿ ਉਹ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਹਾਸਲ ਕਰ ਲੈਣ। ਇਸ ਬਾਰੇ ਬਾਕੀ ਦੀ ਸਾਰੀ ਜਾਣਕਾਰੀ ਲੌਂਗ ਟਰਮ ਕੇਅਰ ਮਿਨਿਸਟਰ ਦੀ ਸਪੋਕਸਵੂਮਨ ਵੱਲੋਂ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਇਸ ਬਾਰੇ ਡੀਟੇਲ ਦੱਸੀ ਗਈ। ਉਹਨਾਂ ਦੱਸਿਆ ਕਿ 77% ਲੌਂਗ ਟਰਮ ਕੇਅਰ ਸਟਾਫ ਜੋ ਕਿ ਤੀਸਰੇ ਟੀਕੇ ਵਾਸਤੇ ਐਲੀਜੀਬਲ ਹੈ, ਉਹਨਾਂ ਵੱਲੋਂ ਹੁਣ ਤੱਕ ਕੋਵਿਡ-19 ਵੈਕਸੀਨ ਦਾ ਇਹ ਤੀਸਰਾ ਟੀਕਾ ਲਗਵਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਮਿਲਣ ਤੋਂ ਬਾਅਦ ਲਗਾਤਾਰ ਬੂਸਟਰ ਸ਼ਾਟ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਜ਼ਰੂਰ ਹਾਸਲ ਕਰਨ, ਕਿਉਂਕਿ ਇਸ ਦੇ ਨਾਲ ਵਾਇਰਸ ਦੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਲਗਾਤਾਰ ਓਮਿਕਰੌਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਬੂਸਟਰ ਸ਼ਾਟ ਦੇ ਉੱਪਰ ਜ਼ੋਰ ਦਿੰਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਉਹਨਾਂ ਵੱਲੋਂ ਕੈਨੇਡੀਅਨਸ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਵਿਡ-19 ਬੂਸਟਰ ਸ਼ਾਟ ਜ਼ਰੂਰ ਹਾਸਲ ਕੀਤਾ ਜਾਵੇ। ਓਮਿਕਰੌਨ ਸਬ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਓਨਟਾਰੀਓ ਤੋਂ ਵੀ ਸਾਹਮਣੇ ਆਏ, ਜਿਸ ਦੀ ਜਾਣਕਾਰੀ ਹੈਲਥ ਆਫੀਸ਼ੀਅਲਸ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ 15 ਦੇ ਕਰੀਬ ਇਸ ਸਬ ਵੇਰੀਐਂਟ ਦੇ ਨਾਲ ਜੁੜੇ ਹੋਏ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕੁਝ ਟੋਰਾਂਟੋ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਓਮਿਕਰੌਨ ਸਬ ਵੇਰੀਐਂਟ ਨਾਲ ਸੰਬੰਧਿਤ ਕਈ ਮਾਮਲੇ ਓਨਟਾਰੀਓ ਤੋਂ ਸਾਹਮਣੇ ਆ ਚੁੱਕੇ ਨੇ। ਇਸ ਬਾਰੇ ਇੱਥੋਂ ਜੋ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਓਮਿਕਰੌਨ ਸਬ ਵੇਰੀਐਂਟ ਦੇ ਨਾਲ ਜੁੜੇ ਹੋਏ 15 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੈਲਥ ਆਫੀਸ਼ੀਅਲਸ ਨੇ ਦੱਸਿਆ ਕਿ ਉਹਨਾਂ ਨੂੰ ਕੋਵਿਡ-19 ਸਬ ਵੇਰੀਐਂਟ ਦੇ ਨਾਲ ਜੁੜੇ ਹੋਏ ਸੂਬੇ ਤੋਂ 15 ਦੇ ਕਰੀਬ ਮਾਮਲੇ ਮਿਲ ਚੁੱਕੇ ਨੇ। ਪਬਲਿਕ ਹੈਲਥ ਓਨਟਾਰੀਓ ਦਾ ਜੋ ਡਾਟਾ ਸਾਹਮਣੇ ਆਇਆ, ਉਸ ਵਿੱਚ ਪਤਾ ਚੱਲਦਾ ਹੈ ਕਿ ਜਨਵਰੀ 1, 2021 ਤੋਂ ਲੈ ਕੇ ਦਸੰਬਰ 11, 2021 ਤੱਕ 8 ਇਸ ਦੇ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਚੁੱਕੇ ਸਨ। ਇਸ ਤੋਂ ਬਾਅਦ ਬਾਕੀ ਦੇ 7 ਮਾਮਲੇ ਦਸੰਬਰ 12, 2021 ਅਤੇ ਜਨਵਰੀ 8, 2022 ਦੇ ਦਰਮਿਆਨ ਸਾਹਮਣੇ ਆਏ। ਦੱਸਣਯੋਗ ਹੈ ਕਿ ਓਮਿਕਰੌਨ ਵੇਰੀਐਂਟ ਨਾਲ ਜੁੜੇ ਹੋਏ ਮਾਮਲੇ ਹੁਣ ਤੱਕ 40 ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ। ਇਹ ਵੇਰੀਐਂਟ ਨਵੰਬਰ ਮਹੀਨੇ ਵਿੱਚ ਸਾਹਮਣੇ ਆਇਆ ਸੀ, ਜਿਸ ਦਾ ਫੈਲਾਅ ਤੇਜ਼ੀ ਦੇ ਨਾਲ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਓਨਟਾਰੀਓ ਤੋਂ ਓਮਿਕਰੌਨ ਸਬ ਵੇਰੀਐਂਟ ਦੇ ਜੋ ਮਾਮਲੇ ਸਾਹਮਣੇ ਆਏ ਨੇ, ਉਹਨਾਂ 15 ਕੇਸਾਂ ਵਿੱਚੋਂ 7 ਅਜਿਹੇ ਨੇ ਜੋ ਕਿ ਟੋਰਾਂਟੋ ਨਾਲ ਜੁੜੇ ਹੋਏ ਹਨ ਤੇ ਬਾਕੀਆਂ ਦੀ ਲੋਕੇਸ਼ਨ ਅਜੇ ਨਹੀਂ ਦੱਸੀ ਗਈ ਕਿ ਇਹ ਮਾਮਲੇ ਕਿੱਥੋਂ ਸਾਹਮਣੇ ਆਏ ਨੇ। ਓਨਟਾਰੀਓ ਦੇ ਖੇਤਰ ਵਿੱਚ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਇੱਕ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਅਜੇ ਤੱਕ ਪੀੜਤ ਦਾ ਨਾਮ ਤੇ ਪਹਿਚਾਣ ਜਦ ਤੱਕ ਨਹੀਂ ਕੀਤੀ ਗਈ। ਇਟੋਬੀਕੋ ਤੋਂ ਸੜਕ ਹਾਦਸੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਥੇ ਜੋ ਹਾਦਸਾ ਵਾਪਰਿਆ, ਉੱਥੇ ਵਾਹਨ ਦੀ ਟੱਕਰ ਲੱਗਣ ਦੇ ਕਾਰਨ 84 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਮਰਜੈਂਸੀ ਕ੍ਰੂਜ਼ ਨੇ ਦੱਸਿਆ ਕਿ ਉਹਨਾਂ ਨੂੰ 3 ਵਜੇ ਦੇ ਕਰੀਬ ਇਸ ਮਾਮਲੇ ਦੇ ਬਾਰੇ ਪਤਾ ਚੱਲਿਆ। ਜਦੋਂ ਪੈਰਾਮੈਡਿਕਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਿਅਕਤੀ ਨੂੰ ਕਾਫੀ ਗੰਭੀਰ ਸੱਟਾਂ ਆਈਆਂ ਹੋਈਆਂ ਸਨ। ਉਸ ਨੂੰ ਜਲਦ ਟਰਾਮਾ ਸੈਂਟਰ ਵਿੱਚ ਲੈ ਕੇ ਜਾਇਆ ਗਿਆ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਿਸ ਵਾਹਨ ਦੀ ਟੱਕਰ ਲੱਗੀ ਹੈ, ਉਸ ਨੂੰ ਚਲਾਉਣ ਵਾਲੇ ਡਰਾਈਵਰ ਦੀ ਪਹਿਚਾਣ 31 ਸਾਲਾ ਔਰਤ ਦੇ ਤੌਰ ਦੇ ਉੱਪਰ ਦੱਸੀ ਗਈ, ਜੋ ਕਿ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਡਰਾਈਵਰ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਕਿਉਂਕਿ ਉਸ ਨੂੰ ਕੁਝ ਮਾਮੂਲੀ ਸੱਟਾਂ ਆਈਆਂ ਹੋਈਆਂ ਸਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ 4168081900 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਬਾਕੀ ਦੀ ਜਾਣਕਾਰੀ ਪੁਲਿਸ ਵੱਲੋਂ ਅਗਲੀ ਅਪਡੇਟ ਵਿੱਚ ਦੱਸੀ ਜਾਵੇਗੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਖੁਦ ਨੂੰ ਇਕਾਂਤਵਾਸ ਕੀਤਾ ਗਿਆ ਹੈ, ਕਿਉਂਕਿ ਉਹ ਕੋਰੋਨਾ ਪੋਜ਼ਿਟਿਵ ਦੇ ਸੰਪਰਕ ਵਿੱਚ ਆਏ ਸਨ, ਜਿਸ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ। ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਖੁਦ ਨੂੰ ਬਿਹਤਰ ਮਹਿਸੂਸ ਕਰ ਰਹੀ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਸਿੰਪਟਮਸ ਨੇ, ਪਰ ਕਿਉਂਕਿ ਉਹ ਕੋਰੋਨਾ ਵਾਇਰਸ ਪੋਜ਼ਿਟਿਵ ਦੇ ਸੰਪਰਕ ਵਿੱਚ ਆਏ, ਇਸ ਕਰਕੇ ਉਹਨਾਂ ਵੱਲੋਂ ਖੁਦ ਨੂੰ ਆਈਸੋਲੇਟ ਕੀਤਾ ਗਿਆ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਖੁਦ ਨੂੰ ਇਕਾਂਤਵਾਸ ਕੀਤਾ ਗਿਆ। ਦਰਅਸਲ ਕੋਵਿਡ-19 ਇਨਫੈਕਟਡ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਇਕਾਂਤਵਾਸ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਜੈਸਿੰਡਾ ਵੱਲੋਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਗਿਆ ਹੈ ਕਿਉਂਕਿ ਉਹ ਕੋਰੋਨਾ ਵਾਇਰਸ ਦੇ ਨਾਲ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ। ਦਰਅਸਲ ਉਡਾਨ ਦੇ ਵਿੱਚ ਪ੍ਰਧਾਨ ਮੰਤਰੀ ਇਨਫੈਕਟਡ ਵਿਅਕਤੀ ਦੇ ਸੰਪਰਕ ਵਿੱਚ ਆਏ। ਨਿਊਜ਼ੀਲੈਂਡ ਦੀ ਗਵਰਨਰ ਜਨਰਲ 22 ਜਨਵਰੀ ਦੀ ਉਡਾਨ ਵਿੱਚ ਸਵਾਰ ਸੀ ਅਤੇ ਉਹਨਾਂ ਵੱਲੋਂ ਆਈਸੋਲੇਟ ਕੀਤਾ ਗਿਆ। ਪ੍ਰਧਾਨ ਮੰਤਰੀ 6 ਫਰਵਰੀ ਨੂੰ ਨਿਊਜ਼ੀਲੈਂਡ ਦੇ ਰਾਸ਼ਟਰੀ ਦਿਵਸ ਤੋਂ ਪਹਿਲਾਂ ਕੰਮ ਦੇ ਸਿਲਸਿਲੇ ਵਿੱਚ ਨਾਰਥਲੈਂਡ ਖੇਤਰ ਦੇ ਵਿੱਚ ਗਈ ਸੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਉਸ ਵਿੱਚ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਕੋਈ ਵੀ ਸਿੰਪਟਮਸ ਨਹੀਂ ਹਨ, ਉਹ ਬਿਲਕੁਲ ਏਸਿਮਟੋਮੈਟਿਕ ਹੈ ਅਤੇ ਉਹ ਖੁਦ ਨੂੰ ਠੀਕ ਤੇ ਬਿਹਤਰ ਮਹਿਸੂਸ ਕਰ ਰਹੀ ਹੈ। ਪਰ ਸਲਾਹ ਦੇ ਮੁਤਾਬਕ ਉਹਨਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਤੇ ਮੰਗਲਵਾਰ ਤੱਕ ਉਹ ਆਈਸੋਲੇਸ਼ਨ ਵਿੱਚ ਰਹਿਣਗੇ। ਜਾਣਕਾਰੀ ਲਈ ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਖੁਦ ਨੂੰ ਇਕਾਂਤਵਾਸ ਕੀਤਾ ਗਿਆ ਕਿਉਂਕਿ ਉਹ ਕੋਰੋਨਾ ਵਾਇਰਸ ਦੇ ਨਾਲ ਸੰਕਰਮਿਤ ਦੇ ਸੰਪਰਕ ਵਿੱਚ ਆਏ ਸਨ, ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੇ ਨਾਲ ਇਨਫੈਕਟਡ ਦੇ ਸੰਪਰਕ ਵਿੱਚ ਆਉਣ ਦੇ ਕਾਰਨ ਉਹ ਆਪਣੇ ਆਪ ਨੂੰ ਆਈਸੋਲੇਟ ਕਰ ਰਹੇ ਨੇ ਤੇ ਉਹਨਾਂ ਵੱਲੋਂ ਘਰ ਤੋਂ ਹੀ ਆਪਣਾ ਸਾਰਾ ਕੰਮ ਜਾਰੀ ਰੱਖਿਆ ਜਾਵੇਗਾ। ਕੈਨੇਡਾ ਦੇ ਇੱਕ ਹਿੱਸੇ ਵਿੱਚ ਸੜਕ ਹਾਦਸਾ ਵਾਪਰਿਆ, ਜਿਸ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਜੋ ਇਸ ਦੌਰਾਨ ਜ਼ਖਮੀ ਹੋਇਆ ਉਸ ਵਿਅਕਤੀ ਦਾ ਨਾਮ ਤੇ ਪਹਿਚਾਣ ਜਦ ਤੱਕ ਨਹੀਂ ਕੀਤੀ ਗਈ। ਓਸ਼ਾਵਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਸਨੋ ਪਲੋ ਦੇ ਨਾਲ ਟਕਰਾਉਣ ਦੇ ਕਾਰਨ ਇੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਬਾਰੇ ਦੁਹਰਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਪਿੱਛੇ ਸ਼ਰਾਬ ਵੱਡਾ ਕਾਰਨ ਹੈ। ਜਾਣਕਾਰੀ ਮੁਤਾਬਕ ਇੱਕ ਪਿਕਅਪ ਟਰੱਕ ਸਨੋ ਪਲੋ ਦੇ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤੇ ਇਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ। ਆਫੀਸਰਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ 8:45 ਦੇ ਕਰੀਬ ਵਾਪਰਿਆ। ਪੁਲਿਸ ਵੱਲੋਂ ਡਰਾਈਵਰ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜੋ ਡਰਾਈਵਰ ਗੰਭੀਰ ਜ਼ਖਮੀ ਹੋਇਆ ਉਸ ਦੀ ਉਮਰ 51 ਸਾਲ ਦੇ ਕਰੀਬ ਹੈ ਤੇ ਉਸ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਜੋ ਟੋਰਾਂਟੋ ਵਿੱਚ ਸਥਿਤ ਹੈ। ਫਿਲਹਾਲ ਉਹਨਾਂ ਦੀ ਹਾਲਤ ਦੇ ਬਾਰੇ ਵਧੇਰੇ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ। ਸਿਰਫ ਪੁਲਿਸ ਵੱਲੋਂ ਇਹੀ ਦੱਸਿਆ ਗਿਆ ਕਿ ਹਾਦਸੇ ਦੇ ਪਿੱਛੇ ਸ਼ਰਾਬ ਕਾਰਨ ਹੈ। ਹੁਣ ਇਸ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਅੱਗੇ ਦੀ ਜਾਣਕਾਰੀ ਪੁਲਿਸ ਵੱਲੋਂ ਵਧੇਰੇ ਪੜਤਾਲ ਕਰਨ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇਗੀ। ਸਰੀ ਤੋਂ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ। ਹਫ਼ਤਾਵਾਰੀ ਕੇਸਿਸ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਰੀ ਦੇ ਵਿੱਚ ਜੋ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ ਨੇ, ਇਸ ਬਾਰੇ ਇਨਫੋਰਮੇਸ਼ਨ ਸਾਹਮਣੇ ਆਈ ਹੈ। ਸਰੀ 'ਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਹਾਲਾਤ ਬਿਹਤਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਹਫ਼ਤਾਵਾਰੀ ਕੇਸਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਹਾਲਾਤਾਂ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 16 ਜਨਵਰੀ ਤੋਂ 22 ਜਨਵਰੀ ਦੇ ਦਰਮਿਆਨ ਇੱਥੇ 1449 ਕੇਸ ਦਰਜ ਕੀਤੇ ਗਏ, ਜੋ ਕਿ 9 ਜਨਵਰੀ ਤੋਂ 15 ਜਨਵਰੀ ਦੇ ਵਿਚਕਾਰ 1972 ਸੀ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ 26% ਕੇਸਿਸ ਘੱਟ ਹੋਏ ਨੇ। ਇਸ ਬਾਰੇ ਸਾਊਥ ਸਰੀ ਤੇ ਵਾਈਟ ਰੌਕ ਤੋਂ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ 16 ਜਨਵਰੀ ਤੋਂ 22 ਜਨਵਰੀ ਦੇ ਦੌਰਾਨ ਇੱਥੇ 238 ਕੇਸ ਹਨ, ਜੋ ਕਿ 23% ਘੱਟ ਹੁੰਦੇ ਹੋਏ ਦਿਖਾਈ ਦਿੱਤੇ। ਇਸ ਦੇ ਨਾਲ ਹੀ ਦੱਸ ਦਈਏ ਕਿ ਲੋਅਰ ਮੇਨਲੈਂਡ ਸਰੀ ਟ੍ਰਾਈ ਸਿਟੀ ਦੇ ਵਿੱਚ 536, ਬਰਨਵੀ ਤੋਂ 498, ਐਪਸਫੋਰਡ ਦੇ ਵਿੱਚ 414, ਨਾਰਥ ਵੈਨਕੂਵਰ ਵਿੱਚ 346, ਲੈਂਗਲੇ ਵਿੱਚ 323, ਰਿਚਮੰਡ ਵਿੱਚ 243, ਡੈਲਟਾ ਵਿੱਚ 259, ਮੇਪਲ ਰਿਜ ਦੇ ਵਿੱਚ 238, ਨਿਊ ਵੈਸਟਮਿੰਸਟਰ ਵਿੱਚ 212, ਮਿਸ਼ਨ ਵਿੱਚ 95, ਵੈਸਟ ਵੈਨਕੂਵਰ ਵਿੱਚ 81 ਕੇਸਿਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਝੂਠੇ ਵੈਕਸੀਨ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ। ਇਸ ਸੰਬੰਧੀ ਉਹਨਾਂ ਵੱਲੋਂ 2 ਨਰਸਿਸ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਤੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਵੀ ਬਰਾਮਦ ਕੀਤੀ ਗਈ। ਨਿਊਯਾਰਕ ਦੇ ਵਿੱਚ ਝੂਠੇ ਵੈਕਸੀਨੇਸ਼ਨ ਕਾਰਡ ਬਣਾਉਣ ਦਾ ਪਰਦਾਫਾਸ਼ ਹੋਇਆ, ਜਿਸ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਦਰਅਸਲ ਨਿਊਯਾਰਕ ਦੀਆਂ ਨਰਸਿਸ ਵੱਲੋਂ ਝੂਠੇ ਕੋਵਿਡ-19 ਵੈਕਸੀਨ ਕਾਰਡ ਬਣਾਏ ਜਾ ਰਹੇ ਸਨ, ਜਿਸ ਦਾ ਪਰਦਾਫਾਸ਼ ਪੁਲਿਸ ਵੱਲੋਂ ਕੀਤਾ ਗਿਆ। ਇਨ੍ਹਾਂ ਨਰਸਿਸ ਵੱਲੋਂ $1.5 ਮਿਲੀਅਨ ਦੇ ਝੂਠੇ ਕੋਵਿਡ-19 ਵੈਕਸੀਨ ਕਾਰਡ ਬਣਾਏ ਗਏ। ਇਸ ਬਾਰੇ ਪ੍ਰੋਸੀਕਿਊਟਰਸ ਅਤੇ ਪੁਲਿਸ ਵੱਲੋਂ तमाम ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਵੱਲੋਂ ਵਾਈਲਡ ਚਾਈਲਡ ਪੈਡਰਿਕ ਹੈਲਥ ਕੇਅਰ ਦੀ ਓਨਰ ਅਤੇ ਉਸ ਦੇ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵੱਲੋਂ ਝੂਠੇ ਵੈਕਸੀਨ ਕਾਰਡ ਬਣਾਏ ਜਾ ਰਹੇ ਸਨ। ਇਨ੍ਹਾਂ ਨਰਸਿਸ ਵੱਲੋਂ ਅਡਲਟਸ ਦੇ ਵਾਸਤੇ $220 ਅਤੇ ਬੱਚਿਆਂ ਵਾਸਤੇ ਵੈਕਸੀਨ ਕਾਰਡ ਬਣਾਉਣ ਸੰਬੰਧੀ $85 ਲਏ ਜਾ ਰਹੇ ਸਨ। ਜਦੋਂ ਪੁਲਿਸ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤਾਂ ਉਹਨਾਂ ਨੂੰ $9 ਲੱਖ ਦੀ ਨਕਦੀ ਬਰਾਮਦ ਹੋਈ ਅਤੇ ਇੱਕ ਲੈਜਰ ਵੀ ਮਿਲਿਆ, ਜਿਸ ਵਿੱਚ ਪਤਾ ਚੱਲ ਰਿਹਾ ਸੀ ਕਿ ਉਹਨਾਂ ਵੱਲੋਂ $1.5 ਮਿਲੀਅਨ ਤੋਂ ਵੱਧ ਦਾ ਮੁਨਾਫਾ ਕਮਾਇਆ ਗਿਆ।
ਇਸ ਸਕੀਮ ਦੀ ਸ਼ੁਰੂਆਤ ਨਵੰਬਰ 2021 ਵਿੱਚ ਕੀਤੀ ਗਈ ਸੀ। ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਸਮੇਂ-ਸਮੇਂ ਦੇ ਉੱਪਰ ਉਹਨਾਂ ਵੱਲੋਂ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਕਈਆਂ ਵੱਲੋਂ ਝੂਠੀਆਂ ਕੋਵਿਡ-19 ਦੀਆਂ ਰਿਪੋਰਟਸ ਬਣਾਈਆਂ ਗਈਆਂ ਅਤੇ ਕਈਆਂ ਵੱਲੋਂ ਵੈਕਸੀਨ ਕਾਰਡ ਵੀ ਬਣਾਏ ਜਾ ਰਹੇ ਸਨ। ਜਿਵੇਂ ਪੁਲਿਸ ਨੂੰ ਇਸ ਬਾਰੇ ਪਤਾ ਚੱਲਦਾ ਹੈ ਤੇ ਸਮੇਂ-ਸਮੇਂ ਦੇ ਉੱਪਰ ਉਹਨਾਂ ਵੱਲੋਂ ਇਹਨਾਂ तमाम ਚੀਜ਼ਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਕਰੋਨਾ ਪਾਬੰਦੀਆਂ ਤੋਂ ਰਾਹਤ ਮਿਲੇਗੀ, ਇਸ ਦਾ ਜ਼ਿਕਰ ਡਾਕਟਰ ਬੋਨੀ ਹੈਨਰੀ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਾਸੀਆਂ ਵੱਲੋਂ ਲਗਾਤਾਰ ਕੋਵਿਡ-19 ਵੈਕਸੀਨ ਹਾਸਲ ਕੀਤੀ ਜਾ ਰਹੀ ਹੈ ਤੇ ਬੂਸਟਰ ਸ਼ਾਟ ਲਗਵਾਉਣ ਵਾਲਿਆਂ ਦੀ ਵੀ ਗਿਣਤੀ ਜ਼ਿਆਦਾ ਹੈ। ਇਸ ਕਾਰਨ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਜੋ ਸੋਸ਼ਲ ਗੈਦਰਿੰਗ ਦੇ ਉੱਪਰ ਰੋਕ ਲਗਾਈ ਗਈ ਹੈ, ਇਸ ਵਿੱਚ ਰਾਹਤ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਹੁਣ ਇਸ ਬਾਰੇ ਡਾਕਟਰ ਬੋਨੀ ਹੈਨਰੀ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਮਿਲੀ ਡੇ ਦੇ ਮੌਕੇ ਹੋਰ ਵੀ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਦੀ ਟਾਪ ਡਾਕਟਰ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਸੋਸ਼ਲ ਗੈਦਰਿੰਗ ਦੇ ਉੱਪਰ ਜੋ ਰੋਕ ਲਗਾਈ ਗਈ ਹੈ, ਉਸ ਦੇ ਨਾਲ ਸੰਬੰਧਿਤ ਹੁਣ ਫੈਸਲਾ ਲਿਆ ਜਾ ਰਿਹਾ ਹੈ, ਜਿਸ ਮੁਤਾਬਕ ਫੈਮਿਲੀ ਡੇ ਦੇ ਮੌਕੇ ਦੇ ਉੱਪਰ ਇਸ ਸੰਬੰਧੀ ਕੁਝ ਰਾਹਤ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਦਿੱਤੀ ਜਾਵੇਗੀ। ਡਾਕਟਰ ਬੋਨੀ ਹੈਨਰੀ ਵੱਲੋਂ ਦੱਸਿਆ ਗਿਆ ਕਿ ਇਹ ਸਭ ਕੁਝ ਕਿਉਂ ਸੰਭਵ ਹੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ 90% ਬ੍ਰਿਟਿਸ਼ ਕੋਲੰਬੀਆ ਵਾਸੀਆਂ ਵੱਲੋਂ ਕੋਵਿਡ-19 ਵੈਕਸੀਨ ਦੀ ਦੋਨੋਂ ਡੋਜ਼ ਲਗਵਾ ਲਈ ਗਈ ਹੈ ਤੇ ਜ਼ਿਆਦਾਤਰ ਲੋਕ ਹੁਣ ਜਲਦ ਤੋਂ ਜਲਦ ਬੂਸਟਰ ਸ਼ਾਟ ਵੀ ਲਗਵਾ ਰਹੇ ਨੇ, ਜਿਸ ਕਾਰਨ ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਰਾਹਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡਾਕਟਰ ਬੋਨੀ ਹੈਨਰੀ ਦਾ ਕਹਿਣਾ ਹੈ ਕਿ ਇਸ ਸਮੇਂ ਕੋਰੋਨਾ ਵਾਇਰਸ ਦੇ ਜੋ ਨਵੇਂ ਰੂਪ ਸਾਹਮਣੇ ਆ ਰਹੇ ਨੇ, ਉਸ ਨੂੰ ਧਿਆਨ ਵਿੱਚ ਰੱਖਦਿਆਂ ਵੀ ਲਗਾਤਾਰ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਕਮੇਟੀ ਔਨ ਇਮਿਊਨਾਈਜੇਸ਼ਨ ਵੱਲੋਂ 5 ਸਾਲ ਤੋਂ 12 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਬੂਸਟਰ ਸ਼ਾਟ ਲਗਾਉਣ ਸੰਬੰਧੀ ਰეკਮੈਂਡੇਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਸ ਬਾਰੇ ਜ਼ਿਆਦਾ ਵਿਚਾਰ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਕੈਨੇਡਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਅਸੀਂ ਦੱਸਾਂਗੇ ਇਸ ਖਬਰ ਦੇ ਵਿੱਚ। ਨਾਲ ਦੀ ਨਾਲ ਦੱਸਾਂਗੇ ਕਿ ਕਿਸ ਸੂਬੇ ਤੋਂ 24 ਘੰਟਿਆਂ ਦੌਰਾਨ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 4000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 58 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਜੋ 24 ਘੰਟਿਆਂ ਦਾ ਮੌਤਾਂ ਦਾ ਅੰਕੜਾ ਸਾਹਮਣੇ ਆਇਆ, ਉਸ ਦੇ ਵਿੱਚ 14 ਮੌਤਾਂ ਲੌਂਗ ਟਰਮ ਕੇਅਰ ਹੋਮ ਰੈਜ਼ੀਡੈਂਟਸ ਦੇ ਨਾਲ ਸੰਬੰਧਿਤ ਦੱਸੀਆਂ ਗਈਆਂ। अस्पताल ਦੇ ਵਿੱਚ ਭਰਤੀ ਮਰੀਜ਼ਾਂ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਵੱਡੀ ਗਿਣਤੀ ਵਿੱਚ ਲੋਕ अस्पताल ਅੰਦਰ ਭਰਤੀ ਕਰਵਾਏ ਗਏ ਨੇ। ਇਸ ਸਮੇਂ 3000 ਤੋਂ ਵੱਧ ਲੋਕ अस्पताल ਦੇ ਵਿੱਚ ਨੇ। ਇਸ ਬਾਰੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ 55% ਲੋਕਾਂ ਨੂੰ ਵਾਇਰਸ ਦੇ ਕਾਰਨ ਅਤੇ ਇਸ ਤੋਂ ਇਲਾਵਾ 45% ਲੋਕਾਂ ਨੂੰ ਕਿਸੇ ਹੋਰ ਕਾਰਨ अस्पताल ਵਿੱਚ ਭਰਤੀ ਕਰਵਾਇਆ ਗਿਆ। 597 ਮਰੀਜ਼ਾਂ ਦੀ ਗਿਣਤੀ ਇੰਟੈਂਸਿਵ ਕੇਅਰ ਅਧੀਨ ਦੱਸੀ ਜਾ ਰਹੀ ਹੈ ਤੇ ਵੈਂਟੀਲੇਟਰ ਦੇ ਉੱਪਰ 386 ਨੇ। ਬੀਤੇ 24 ਘੰਟਿਆਂ ਦੌਰਾਨ 29,000 ਤੋਂ ਵੱਧ ਟੈਸਟ ਕਰਵਾਏ ਗਏ ਅਤੇ ਇੱਥੇ ਟੈਸਟਿੰਗ ਪੋਜ਼ਿਟਿਵਿਟੀ 13.9% ਦੱਸੀ ਗਈ। ਜਾਣਕਾਰੀ ਮੁਤਾਬਕ 24 ਘੰਟਿਆਂ ਦੌਰਾਨ 4,855 ਕੇਸਿਸ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ 3,000 ਤੋਂ ਵੱਧ ਲੋਕ ਅਜਿਹੇ ਸਨ ਜਿਹੜੇ ਫੁੱਲੀ ਵੈਕਸੀਨੇਟਡ ਅਤੇ 765 ਅਨਵੈਕਸੀਨੇਟਡ 207 ਪਾਰਸ਼ਲੀ ਵੈਕਸੀਨੇਟਡ ਸ਼ਾਮਲ ਨੇ। ਓਨਟਾਰੀਓ ਵਿੱਚ 88% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਤੇ 83% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼, ਇਸ ਤੋਂ ਇਲਾਵਾ 45% ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਹਾਸਲ ਕੀਤੀਆਂ ਗਈਆਂ। ਕਿਊਬਿਕ ਤੋਂ 24 ਘੰਟਿਆਂ ਦੌਰਾਨ 2000 ਤੋਂ ਵੱਧ ਮਾਮਲੇ ਸਾਹਮਣੇ ਆਏ। ਇੱਥੇ 24 ਘੰਟਿਆਂ ਦੌਰਾਨ 2975 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 231 ਜਾਣੇ ਇੰਟੈਂਸਿਵ ਕੇਅਰ ਅਧੀਨ ਦੱਸੇ ਗਏ ਨੇ। ਹੁਣ ਤੱਕ ਕੁੱਲ 8,56,660 ਦੇ ਕਰੀਬ ਕੇਸਿਸ ਸਾਹਮਣੇ ਆ ਚੁੱਕੇ ਨੇ। 13,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 90% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼, 84% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਅਤੇ 44% ਵੱਲੋਂ 3 ਡੋਜ਼ ਹਾਸਲ ਕੀਤੀਆਂ ਗਈਆਂ। ਕੈਨੇਡਾ ਵਿੱਚ ਹੁਣ ਤੱਕ 30 ਲੱਖ ਤੋਂ ਵੱਧ ਕੇਸਿਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਰਿਕਵਰਡ ਕੇਸਿਸ ਦਾ ਵੀ ਅੰਕੜਾ ਹੈ। ਇਸ ਤੋਂ ਇਲਾਵਾ 33,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਔਟਵਾ ਪਹੁੰਚੇ ਟਰੱਕ ਡਰਾਈਵਰਸ, ਵੈਕਸੀਨੇਸ਼ਨ ਨੀਤੀ ਦਾ ਵਿਰੋਧ। ਜਸਟਿਨ ਟਰੂਡੋ ਨੂੰ ਛੱਡਣਾ ਪਿਆ ਘਰ, ਕਿਸੇ ਗੁਪਤ ਥਾਂ ਤੇ ਰੱਖਿਆ ਪਰਿਵਾਰ ਨੂੰ। ਅੱਤਵਾਦੀ ਘਟਨਾ ਬਾਰੇ ਬੋਲੇ ਜਗਮੀਤ ਸਿੰਘ, ਇਸ ਬਾਰੇ ਸਾਂਝੇ ਕੀਤੇ ਆਪਣੇ ਵਿਚਾਰ। ਅਮਰੀਕਾ ਵਿੱਚ 5,000 ਦੇ ਕਰੀਬ ਉਡਾਨਾਂ ਰੱਦ, ਜਾਣੋ ਕੀ ਹੈ ਇਸ ਪਿੱਛੇ ਕਾਰਨ। ਨਿਊਟਨ ਵਿੱਚ ਗੋਲੀਬਾਰੀ, 2 ਜਾਣੇ ਹੋਏ ਜ਼ਖਮੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਬਾਕੀ तमाम ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ।